ਜਿਉਂ ਹੀ ਗੱਡੀ ਰੁਕੀ ਤਾਂ ਉਸ ਵਿੱਚੋਂ ਬਹੁਤ ਹੀ ਸੋਹਣੀ ਕੁੜੀ ਨਿਕਲੀ, ਜਿਸ ਦੇ ਬਹੁਤ ਸੋਹਣਾ ਪੰਜਾਬੀ ਸੂਟ ਪਹਿਨਿਆ ਹੋਇਆ ਸੀ। ਸੂਟ ਨਾਲ ਮੈਚਿੰਗ ਕਰਦੀ ਚੁੰਨੀ ਉਸ ਦੇ ਗਲ ਵਿੱਚ ਪਾਈ ਹੋਈ ਸੀ। ਪੈਰਾਂ ਵਿੱਚ ਬਹੁਤ ਸੋਹਣੀ ਚਮੜੇ ਦੀ ਜੁੱਤੀ ਪਾਈ ਹੋਈ ਸੀ। ਚਿਹਰਾ ਹਸੂ ਕਰਦਾ ਅਤੇ ਮੁਖੜਾ ਤਾਜ਼ੇ ਖਿੜੇ ਹੋਏ ਫੁੱਲ ਵਰਗਾ ਸੀ ਅਤੇ ਸਾਰੇ ਚਿਹਰੇ ਤੋਂ ਲਾਲੀ ਡੁੱਲ ਰਹੀ ਸੀ। ਉਸ ਨੂੰ ਉਤਰਦੀ ਨੂੰ ਵੇਖ ਕੇ ਜਿੰਨੇ ਵੀ ਪੈਲੇਸ ਵਿਆਹ ਵਿੱਚ ਹਾਜ਼ਰ ਲੋਕ ਸਨ, ਸਭ ਦੀਆਂ ਨਿਗਾਹਾਂ ਉਸ ਮੁਟਿਆਰ ਉੱਤੇ ਟਿਕ ਗਈਆਂ। ਸਭ ਅਚੰਭਿਤ ਸਨ, ਆਪਸ ਵਿੱਚ ਕੁਸਰ ਮੁਸਰ ਹੋਣ ਲੱਗੀ। ਕੁੜੀ ਤਾਂ ਉਹ ਆਮ ਹੀ ਸੀ, ਪਰ ਉਸ ਕੋਲ ਕਲਾ ਸੀ। ਇਸ ਸਮੇਂ ਦੀ ਉਹ ਪੰਜਾਬ ਦੀ ਪ੍ਰਸਿੱਧ ਗਾਇਕਾ ਹਰਜੀਤ ਕੌਰ ਸੀ, ਜਿਸ ਦੇ 2-3 ਗਾਣੇ ਅੱਜ ਕੱਲ੍ਹ ਮਾਰਕੀਟ ਵਿੱਚ ਚੱਲ ਰਹੇ ਸਨ। ਸਟੇਜਾਂ ਉੱਤੇ ਅਤੇ ਪ੍ਰੋਗਰਾਮਾਂ ਵਿੱਚ ਡੀਜੇ ਉੱਤੇ ਚੱਲ ਰਹੇ ਸਨ। ਹਰ ਕਿਸੇ ਦੀ ਜ਼ੁਬਾਨ 'ਤੇ ਉਸਦੇ ਗੀਤ ਸਨ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਹਰਜੀਤ ਕੌਰ। ਵਿਆਹ ਵਿੱਚ ਸ਼ਾਮਿਲ ਬਹੁਤ ਸਾਰੇ ਲੋਕ ਉਸਦੇ ਫੈਨ ਸਨ। ਆਪਣੀ ਚਹੇਤਾ ਗਾਇਕਾ ਨੂੰ ਨੇੜਿਓਂ ਦੇਖ ਕੇ ਸਭ ਲੋਕ ਇੱਕ ਆਨੰਦਿਤ ਖੁਸ਼ੀ ਨਾਲ ਲਬਰੇਜ਼ ਹੋ ਗਏ। ਪਰ ਸੰਚਿਤ ਲੋਕ ਅਜੇ ਸੰਭਲੇ ਹੀ ਸਨ ਕਿ ਉਹਨਾਂ ਨੂੰ ਅਚੰਭਿਤ ਕਰਨ ਲਈ ਇੱਕ ਹੋਰ ਗੱਡੀ ਆ ਚੁੱਕੀ। ਉਸ ਵਿੱਚੋਂ ਵੀ ਇੱਕ ਮੁਟਿਆਰ ਬਾਹਰ ਆਈ। ਹੱਥਾਂ ਪੈਰਾਂ ਦੀ ਖੁੱਲੀ ਸੀ, ਹਾਥੀ ਵਾਂਗ ਮਸਤ ਚਾਲ ਤੁਰਦੀ ਆ ਰਹੀ ਸੀ। ਉਸ ਨਾਲ 2-3 ਹੋਰ ਕੁੜੀਆਂ ਵੀ ਸਨ। ਗਠੀਲੇ ਸਰੀਰ ਅਤੇ ਚਿਹਰੇ ਤੋਂ ਸਪਸ਼ਟ ਹੁੰਦਾ ਸੀ ਕਿ ਇਹ ਕੁੜੀ ਖਿਡਾਰਨ ਹੈ। ਜੀ ਹਾਂ, ਇਹ ਕਬੱਡੀ ਦੀ ਖਿਡਾਰਨ ਕੁਲਜੀਤ ਕੌਰ ਸੀ, ਜਿਸ ਦੀਆਂ ਧੁੰਮਾਂ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਤੱਕ ਸਨ। ਉਹ ਰੇਡਰ ਦੇ ਨਾਲ ਬਹੁਤ ਤਗੜੀ ਜਾਫੀ ਵੀ ਸੀ। ਕੋਈ ਵੀ ਇੱਕ ਵਾਰ ਉਸ ਦੀ ਪਕੜ ਵਿੱਚ ਆ ਜਾਂਦਾ ਤਾਂ ਫਿਰ ਦਮ ਤੋੜੇ ਤੋਂ ਬਿਨਾਂ ਵਾਪਸ ਨਹੀਂ ਸੀ ਮੁੜਦਾ। ਲੋਕ ਉਸ ਦੀ ਰੇਡ ਅਤੇ ਜਾਫ ਉੱਤੇ ਸ਼ਰਤਾਂ ਲਾਉਂਦੇ ਸਨ, ਉਹ ਵੀ ਮਾਮੂਲੀ ਨਹੀਂ ਬਲਕਿ ਹਜ਼ਾਰਾਂ ਜਾਂ ਲੱਖਾਂ ਵਿੱਚ। ਅਜੇ ਕੀ ਹੋਇਆ ਸੀ ਕਿ ਇੱਕ ਹੋਰ ਗੱਡੀ ਰੁਕੀ। ਉਸ ਵਿੱਚੋਂ ਜੋ ਮੁਟਿਆਰ ਨਿਕਲੀ ਉਹ ਪੰਜਾਬੀ ਫਿਲਮਾਂ ਦੀ ਅਦਾਕਾਰਾ ਸੁਖਪ੍ਰੀਤ ਸੀ। ਉਸਨੇ 2 ਫਿਲਮਾਂ ਵਿੱਚ ਕੰਮ ਕੀਤਾ, ਦੋਵੇਂ ਫਿਲਮਾਂ ਹਿੱਟ ਰਹੀਆਂ। ਹੋਰ ਤਾਂ ਹੋਰ ਉਹਨਾਂ ਦੋਵਾਂ ਫਿਲਮਾਂ ਦੇ ਕਈ ਗੀਤ ਉਸਨੇ ਆਪਣੀ ਕਲਮ ਰਾਹੀਂ ਲਿਖੇ ਸਨ, ਜੋ ਕਾਫੀ ਡੂੰਘੇ ਅਰਥ ਸਮੋਈ ਬੈਠੇ ਸਨ। ਉਹਨਾਂ ਗੀਤਾਂ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰ ਰਿਹਾ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਲੋਕ ਹੈਰਾਨ ਸਨ ਅਤੇ ਆਪਸ ਵਿੱਚ ਚਰਚਾ ਵੀ ਕਰ ਰਹੇ ਸਨ। ਇਹ ਕੋਈ ਮਾਮੂਲੀ ਵਿਆਹ ਨਹੀਂ। ਜਿਸ ਕੁੜੀ ਦਾ ਵਿਆਹ ਸੀ, ਉਸਦੇ ਪਰਿਵਾਰ ਵਾਲੇ ਵੀ ਹੈਰਾਨ ਸਨ ਕਿ ਇੰਨੀਆਂ ਸੁਪ੍ਰਸਿੱਧ ਹਸਤੀਆਂ ਦਾ ਵਿਆਹ ਵਿੱਚ ਜੋ ਸ਼ਾਮਿਲ ਹੋਈਆਂ ਹਨ ਤਾਂ ਮੁੰਡੇ ਵਾਲੇ ਕੋਈ ਸਧਾਰਨ ਪਰਿਵਾਰ ਨਹੀਂ, ਬਲਕਿ ਇਹਨਾਂ ਦੀ ਪਹੁੰਚ ਬਹੁਤ ਵੱਡੀ ਹੈ। ਹੁਣ ਸਭ ਦੇ ਮਨ ਵਿੱਚ ਲੜਕੇ ਵਾਲੇ ਦੇ ਪਰਿਵਾਰ ਬਾਰੇ ਜਾਣਨ ਦੀ ਉਤਸੁਕਤਾ ਵੀ ਸੀ। ਗੁਰਮੀਤ ਦੇ ਮੁੰਡੇ ਮਨਜੋਤ ਦਾ ਵਿਆਹ ਸੀ। ਬਰਾਤ ਨੇ ਪੈਲੇਸ ਵਿੱਚ ਪਹੁੰਚਣਾ ਸੀ। ਬੜੇ ਧੂਮ ਧੜੱਕੇ ਨਾਲ ਵਿਆਹ ਹੋ ਰਿਹਾ ਸੀ। ਗੁਰਮੀਤ ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਸੀ। ਮਾਂ-ਬਾਪ ਨੇ ਬੜੇ ਲਾਡਾਂ ਨਾਲ ਪਾਲਿਆ ਸੀ। ਨਿੱਕੇ ਹੁੰਦੇ ਹੀ ਉਹਦੀ ਹਰ ਜਿੱਦ ਪੂਰੀ ਕੀਤੀ ਜਾਂਦੀ। ਜਿਹੜੀ ਚੀਜ਼ ਮੰਗੀ ਉਸ ਨੂੰ ਉਹੀ ਲਿਆ ਕੇ ਹਾਜ਼ਰ ਕਰ ਦਿੱਤੀ। ਮਜਾਲ ਹੈ ਕੋਈ ਗੱਲ ਪੁੰਜੇ ਡਿੱਗਣ ਦਿੱਤੀ ਹੋਵੇ। ਹਰ ਮੂੰਹ ਦੇ ਬੋਲ ਪੁਗਾਏ ਸਨ। ਮੁੰਡੇ ਨੇ ਕੈਨੇਡਾ ਵਿੱਚ ਪੜ੍ਹਾਈ ਕੀਤੀ ਅਤੇ ਉੱਥੋਂ ਦੀ PR ਮਿਲ ਚੁੱਕੀ ਸੀ। ਉਸਦਾ ਜਿਸ ਕੁੜੀ ਨਾਲ ਸੈਂਡੀ ਨਾਲ ਵਿਆਹ ਹੋਣਾ, ਉਹ ਵੀ ਕੈਨੇਡਾ ਵਿੱਚੋਂ ਪੜ੍ਹ ਕੇ PR ਹੋ ਕੇ ਪੰਜਾਬ ਆਈ ਸੀ। ਦੋਹਾਂ ਪਰਿਵਾਰਾਂ ਦੇ ਜਾਣੂ ਵਿਚੋਲਿਆਂ ਨੇ ਦੋਹਾਂ ਪਰਿਵਾਰਾਂ ਨਾਲ ਗੱਲ ਚਲਾਈ ਅਤੇ ਇੱਕ ਦੂਜੇ ਦੀ ਦੱਸ ਪਾਈ। ਦੋਵੇਂ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਸਨ। ਦੋਵੇਂ ਪਰਿਵਾਰ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਐਸ਼ ਕਰਨ। ਦੋਹਾਂ ਦੀ ਆਪਸ ਵਿੱਚ ਸਹਿਮਤੀ ਹੋਈ ਅਤੇ ਬੱਚਿਆਂ ਨੂੰ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੰਧਨ ਦਾ ਫੈਸਲਾ ਕਰ ਲਿਆ। ਗੁਰਮੀਤ ਕੋਲ ਪੁਸ਼ਤੈਨੀ ਜ਼ਮੀਨ ਦੀ ਵੰਡ ਵਿੱਚੋਂ 4 ਕਿੱਲੇ ਆਏ ਸਨ। ਆਪ ਉਹ ਇੱਕ ਸਕੂਲ ਵਿੱਚ ਕਲਰਕ ਲੱਗਾ ਹੋਇਆ ਸੀ। ਵਧੀਆ ਸਰਕਾਰੀ ਤਨਖਾਹ ਆ ਜਾਂਦੀ ਸੀ। ਪਿੰਡ ਵਾਲੀ ਸਾਰੀ ਜ਼ਮੀਨ ਠੇਕੇ ਉੱਤੇ ਦੇ ਰੱਖੀ ਸੀ। ਅੱਜ ਦੀ ਘੜੀ 'ਚ ਜ਼ਮੀਨ ਉਹ ਕਰੋੜਾਂ ਦਾ ਮਾਲਕ ਸੀ। ਖੁੱਲ੍ਹੇ ਖਰਚੇ ਸਨ। ਖਰਚੇ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਵਧੀਆ ਨਵੇਂ ਕੱਪੜੇ ਪਾਉਣੇ, ਪੋਚਵੀ ਪੱਗ ਅਤੇ ਨਵਾਂ ਮੋਟਰਸਾਈਕਲ ਉਸਦੀ ਪਸੰਦ ਸੀ। ਘਰ ਵਾਲੀ ਵੀ ਉਸਦੀ ਬਣ ਠਣ ਕੇ ਰਹਿੰਦੀ। ਮਨਜੋਤ ਨੇ ਵੀ ਆਪਣਾ ਸਕੂਲ ਟਾਈਮ 'ਤੇ ਯਾਰ ਬਹੁਤ ਕਮਾਏ ਸਨ। ਬਹੁਤ ਸਾਰੇ ਮੁੰਡੇ ਉਸਦੇ ਦੁਆਲੇ ਘੁੰਮਦੇ ਰਹਿੰਦੇ। ਘਰੋਂ ਖਰਚਾ ਖੁੱਲ੍ਹਾ ਮਿਲਣ ਕਾਰਨ ਉਹ ਉਹਨਾਂ ਨੂੰ ਕੁਛ ਨਾ ਕੁਛ ਖਵਾਉਂਦਾ ਰਹਿੰਦਾ। ਹੋਰ ਵੀ ਚੀਜ਼ਾਂ ਦੀ ਪੂਰਤੀ ਕਰ ਦਿੰਦਾ ਸੀ। ਕਈ ਮੁੰਡੇ ਤਾਂ ਉਸ ਤੋਂ ਕਾਫੀ ਪੈਸੇ ਵੀ ਲੈ ਗਏ। ਨਾ ਮੁੜ ਕੇ ਉਸਨੇ ਮੰਗੇ ਅਤੇ ਨਾ ਹੀ ਉਹਨਾਂ ਨੇ ਮੋੜੇ। ਇਹ ਗੱਲ ਵੱਖਰੀ ਹੈ ਕਿ ਉਹ ਉਹਨਾਂ ਤੋਂ ਘਰ ਦੇ ਕੰਮ ਕਰਵਾਉਂਦਾ ਰਹਿੰਦਾ ਅਤੇ ਉਹ ਹੋਰ ਕੰਮਾਂ ਵਿੱਚ ਵੀ ਉਸਦਾ ਸਾਥ ਦਿੰਦੇ। ਜੇ ਕਦੇ ਇੱਧਰ ਉੱਧਰ ਜਾਣਾ ਹੁੰਦਾ ਤਾਂ ਉਸਦੇ ਨਾਲ ਚਲੇ ਜਾਂਦੇ। ਸਮੇਂ-ਸਮੇਂ 'ਤੇ ਗੁਰਮੀਤ ਅਤੇ ਉਸਦੇ ਘਰਵਾਲੀ ਅਮਨਦੀਪ ਉਸ ਨੂੰ ਤਾੜਨਾ ਕਰਦੇ ਰਹਿੰਦੇ, ਪਰ ਉਹ ਉਹਨਾਂ ਦੀ ਕਦੋਂ ਸੁਣਦਾ ਸੀ। ਉਹ ਤਾਂ ਆਪਣੀ ਪਗਾਉਂਦਾ ਸੀ। ਮਨਜੋਤ ਨੇ +2 ਕਰਨ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੱਤੀ। ਪੰਜਾਬ ਦਾ ਰੁਝਾਨ ਹੀ ਕੁਝ ਇਹੋ ਜਿਹਾ ਹੋ ਗਿਆ। ਹਰ ਇੱਕ ਬੰਦੇ ਦੀ ਸੋਚ, ਹਰ ਪਰਿਵਾਰ ਦੀ ਸੋਚ ਇਹੀ ਬਣ ਗਈ ਕਿ ਆਪਣੇ ਬੱਚੇ ਨੂੰ ਔਖੇ ਸੌਖੇ ਹੋ ਕੇ ਆਈਲੈਟਸ ਕਰਵਾ ਦਿਓ, ਫਿਰ ਵਿਦੇਸ਼ ਭੇਜ ਦੇਵੋ, ਉੱਥੇ ਰਹਿ ਕੇ ਹੀ ਪੜ੍ਹਾਈ ਕਰੇ, ਉੱਥੋਂ ਦੀ PR ਮਿਲ ਜਾਵੇ ਅਤੇ ਫਿਰ ਉੱਥੇ ਹੀ ਕਿਸੇ ਕਾਰੋਬਾਰ ਜਾਂ ਨੌਕਰੀ ਕਰਕੇ ਚੰਗੇ ਪੈਸੇ ਕਮਾਵੇ ਅਤੇ ਐਸ਼ ਨਾਲ ਰਹੇ। ਆਈਲੈਟਸ ਕਰਨ ਤੋਂ ਬਾਅਦ ਮਨਜੋਤ ਵੀ ਕੈਨੇਡਾ ਚਲਾ ਗਿਆ। ਕੁੜੀਆਂ ਦੀ ਜ਼ੋਰਦਾਰ ਢੰਗ ਨਾਲ ਆਓ ਭਗਤ ਕੀਤੀ ਜਾ ਰਹੀ ਸੀ। ਸਭ ਉਸ ਦੇ ਆਲੇ ਦੁਆਲੇ ਘੁੰਮਦੇ ਫਿਰ ਰਹੇ ਸਨ। ਉਹ ਕੀ ਕਰ ਰਹੀਆਂ ਸਨ, ਸਭ ਦੇਖ ਕੇ ਹੈਰਾਨ ਸਨ। ਹਸੂ ਕਰਦੇ ਚਿਹਰਿਆਂ ਨਾਲ ਉਹ ਸਭ ਨੂੰ ਮਿਲ ਰਹੀਆਂ ਸਨ।
ਉਹਦੀ ਕਿੰਨੀਆਂ ਪ੍ਰਸਿੱਧ ਸਨ, ਉਹਨਾਂ ਨੂੰ ਇੱਕ ਗੱਲ ਦਾ ਭੋਰਾ ਪਰ ਵੀ ਗੁਮਾਨ ਨਹੀਂ ਸੀ। ਉਹ ਤਾਂ ਜਿਵੇਂ ਆਪਣੀ ਚਮਕ ਦਮਕ ਵਾਲੀ ਦੁਨੀਆ ਨੂੰ ਛੱਡ ਕੇ ਆਮ ਲੋਕਾਂ ਵਿੱਚ ਧਰਤੀ ਉੱਤੇ ਰਹਿ ਰਹੀਆਂ ਸਨ। ਉਹ ਵਿਆਹ ਵਾਲੇ ਮੁੰਡੇ ਦੇ ਆਲੇ ਦੁਆਲੇ ਬੈਠੀਆਂ ਸਨ, ਉਸ ਨਾਲ ਹੱਸ ਕੇ ਗੱਲਾਂ ਕਰ ਰਹੀਆਂ ਅਤੇ ਪੋਜ਼ ਬਦਲ ਕੇ ਫੋਟੋਆਂ ਕਰਵਾ ਰਹੀਆਂ ਸਨ। ਮਨਜੋਤ ਵੀ ਬਹੁਤ ਖੁਸ਼ ਸੀ। ਸਰਦਾਰ ਜੀ, ਤੁਹਾਡੇ ਮੁੰਡੇ ਦੀ ਕਾਫੀ ਜਾਣ ਪਹਿਚਾਣ ਹੈ। ਦੇਖ, ਇਹ ਕੁੜੀਆਂ ਜੋ ਆਪਣੇ ਆਪਣੇ ਖੇਤਰ ਵਿੱਚ ਕਾਫੀ ਪ੍ਰਸਿੱਧ ਹਨ, ਕਿਵੇਂ ਉਸਦੇ ਦੁਆਲੇ ਘੁੰਮਦੀਆਂ ਹਨ। ਇਹ ਬੋਲ ਸੈਂਡੀ ਦੇ ਮਾਸੜ ਦੇ ਸਨ। ਉਸਨੇ ਗੁਰਮੀਤ ਨੂੰ ਉਸਦੇ ਮੁੰਡੇ ਮਨਜੋਤ ਦੀ ਵਡਿਆਈ ਕਰਦਿਆਂ ਆਖਿਆ। ਉਹਨਾਂ ਦੇ ਆਲੇ ਦੁਆਲੇ ਸੈਂਡੀ ਦੇ ਹੋਰ ਰਿਸ਼ਤੇਦਾਰ ਵੀ ਖੜੇ ਸਨ। ਉਹ ਕੁੜੀਆਂ ਵੀ ਤਾਂ ਮੇਰੀਆਂ ਹੀ ਧੀਆਂ ਹਨ, ਮੇਰੀਆਂ ਸਕੀਆਂ ਭਤੀਜੀਆਂ। ਉਹਨਾਂ ਨੂੰ ਆਪਣੇ ਵੀਰ ਦੇ ਵਿਆਹ ਦਾ ਚਾਅ ਹੀ ਇੰਨਾ ਕਿ ਚਾਅ ਸੰਭਾਲਿਆ ਨਹੀਂ ਜਾਂਦਾ। ਗੁਰਮੀਤ ਨੇ ਬੜੇ ਮਾਣ ਨਾਲ ਆਖਿਆ। ਤਿੰਨੋਂ ਹੀ ਸਕੀਆਂ ਭੈਣਾਂ ਹਨ? ਇੱਕ ਰਿਸ਼ਤੇਦਾਰ ਨੇ ਹੈਰਾਨ ਹੋ ਕੇ ਪੁੱਛਿਆ। ਹਾਂ, ਕਮਾਲ ਹੈ। ਇਹਨਾਂ ਦੇ ਮਾਂ-ਬਾਪ ਜਿਨ੍ਹਾਂ ਨੇ ਇੰਨੀਆਂ ਸੁਘੜ ਸਿਆਣੀਆਂ ਧੀਆਂ ਨੂੰ ਜਨਮ ਦਿੱਤਾ ਅਤੇ ਇਹਨਾਂ ਦੀ ਤਰੱਕੀ ਵੀ ਖੂਬ ਕੀਤੀ, ਉਹਨਾਂ ਸਭ ਨੇ ਉਹਨਾਂ ਨੂੰ ਦਿਲੋਂ ਸਜਦਾ ਕੀਤਾ। ਅਮਨਦੀਪ ਅੱਜ ਭੱਜਦੀ ਫਿਰ ਰਹੀ ਸੀ। ਉਹ ਕੁੜੀਆਂ ਨੂੰ ਕੁੱਟ-ਕੁੱਟ ਜੱਫੀ ਪਾ ਰਹੀ ਸੀ, ਉਹਨਾਂ ਤੋਂ ਵਾਰੇ-ਵਾਰੇ ਜਾ ਰਹੀ ਸੀ। ਇੰਨਾ ਤਾਂ ਕੋਈ ਆਪਣੀਆਂ ਸਕੀਆਂ ਧੀਆਂ ਦਾ ਨਹੀਂ ਕਰਦਾ ਜਿੰਨਾ ਉਹਨਾਂ ਦਾ ਉਹ ਕਰ ਰਹੀ ਸੀ। ਲੋਕ ਕਹਿੰਦੇ ਨੇ ਮੇਰਾ ਇਕਲੌਤਾ ਮੁੰਡਾ। ਉਹ ਇਹ ਨਹੀਂ ਜਾਣਦੇ ਕਿ ਮੇਰੇ ਤਾਂ 3 ਧੀਆਂ ਵੀ ਹਨ। ਉਹ ਸਭ ਨੂੰ ਦੱਸਦੀ ਫਿਰ ਰਹੀ ਸੀ। ਲੈ ਭੈਣ ਜੀ, ਇਸ ਕਾਰਜ ਵਿੱਚ ਅਸੀਂ ਤੁਹਾਨੂੰ ਹੀ ਮੂਹਰੇ ਰੱਖਿਆ ਏ। ਤੁਹਾਡੇ ਬਿਨਾਂ ਸਾਡਾ ਇਹ ਕਾਰਜ ਵਧੀਆ ਨਹੀਂ ਸੀ ਲੱਗਣਾ। ਉਸਨੇ ਆਪਣੀ ਜਠਾਣੀ ਸਤਵੀਰ ਨੂੰ ਆਖਿਆ। ਸਤਵੀਰ ਉਹਨਾਂ ਕੁੜੀਆਂ ਦੀ ਮਾਂ ਸੀ ਅਤੇ ਜੁਗਰਾਜ ਉਹਨਾਂ ਦਾ ਪਿਤਾ। ਅਮਨਦੀਪ ਅੱਜ ਜਿੰਨਾ ਦਿਖਾਵਾ ਕਰ ਰਹੀ ਸੀ, ਸੱਚਾਈ ਤਾਂ ਕੁਝ ਹੋਰ ਹੀ ਸੀ। ਇਹ ਉਹੀ ਸਤਵੀਰ ਹੈ ਜਿਸ ਨੂੰ ਜੁਗਰਾਜ, ਸਤਵੀਰ ਅਤੇ ਉਸਦੀਆਂ ਧੀਆਂ ਫੁੱਟੀ ਅੱਖ ਨਹੀਂ ਸੀ ਪਾਉਂਦੀਆਂ। ਉਹ ਉਹਨਾਂ ਨੂੰ ਪਾਣੀ ਪੀ ਕੇ ਕੋਸਦੀ ਸੀ। ਉਸਨੇ ਸਤਵੀਰ ਨੂੰ ਵੱਡੀ ਤਾਂ ਕਿ ਕਦੇ ਆਪਣੇ ਬਰਾਬਰ ਵੀ ਨਹੀਂ ਸੀ ਸਮਝਿਆ। ਗੱਲ 'ਤੇ ਉਸਦੀ ਹੇਠੀ ਕਰਦੀ ਸੀ। ਇੱਕ ਕਾਰਨ ਤਾਂ ਇਹ ਕਿ ਅਮਨਦੀਪ ਦਾ ਪੇਕਾ ਘਰ ਸਤਵੀਰ ਦੇ ਪੇਕੇ ਘਰ ਨਾਲੋਂ ਆਰਥਿਕ ਪੱਖੋਂ ਜ਼ਿਆਦਾ ਮਜ਼ਬੂਤ ਸੀ। ਦੂਜਾ ਕਾਰਨ ਇਹ ਸੀ ਕਿ ਸਤਵੀਰ ਦੇ 2 ਕੁੜੀਆਂ ਸਨ, ਜਦ ਕਿ ਅਮਨਦੀਪ ਦੇ ਵਿਆਹ ਤੋਂ ਬਾਅਦ ਸਾਲ ਭਰ ਦੇ ਅੰਦਰ ਹੀ ਮੁੰਡਾ ਹੋ ਗਿਆ। ਇਸ ਤਰ੍ਹਾਂ ਉਹ ਆਪਣੇ ਪੇਕਿਆਂ ਦੇ ਨਾਲ ਸਹੁਰਿਆਂ ਦੇ ਘਰ ਵੀ ਸਤਵੀਰ ਤੋਂ 2 ਗਿੱਠ ਉੱਚੀ ਹੋ ਗਈ। ਉਸਦੀ ਸਹੁਰੇ ਘਰ ਪੁੱਛ-ਗਿੱਛ ਹੋ ਗਈ। ਪੁੱਛ-ਗਿੱਛ ਕੀ ਪੂਰਾ ਰੋਬ ਹੋ ਗਿਆ। ਤੀਜੀ ਗੱਲ ਇਹ ਕਿ ਸਤਵੀਰ ਵਿਚਾਰੀ ਬਿਲਕੁਲ ਭੋਲੀ ਭਾਲੀ ਸੀ। ਉਸ ਵਿੱਚ ਦੂਈ ਵਿਦੈਤ ਬਿਲਕੁਲ ਵੀ ਨਹੀਂ ਸੀ। ਉਹ ਅਮਨਦੀਪ ਨੂੰ ਆਪਣੀ ਛੋਟੀ ਭੈਣ ਸਮਝ ਕੇ ਬਹੁਤ ਪਿਆਰ ਕਰਦੀ। ਛੋਟੀ ਜਾਨ ਘਰ ਦੇ ਬਹੁਤ ਕੰਮ ਧੰਦੇ ਵੀ ਉਹ ਆਪ ਹੀ ਕਰ ਲੈਂਦੀ। ਉਧਰ ਅਮਨਦੀਪ ਬਹੁਤ ਹੀ ਤੇਜ਼ ਤਰਾਰ, ਈਰਖਾ ਅਤੇ ਕਮਾਂਡ ਕਰਨ ਵਾਲੀ ਸੀ। ਸਤਵੀਰ ਨੂੰ ਉਹ ਨਫ਼ਰਤ ਹੀ ਕਰਦੀ ਸੀ। ਚੌਥੀ ਗੱਲ ਕਿ ਜੁਗਰਾਜ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਖੇਤਾਂ ਵਿੱਚੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਸਾਰਾ ਟੱਬਰ ਪਲਦਾ ਸੀ ਅਤੇ ਘਰ ਦੇ ਸਾਰੇ ਖਰਚ ਖੇਤੀ ਵਿੱਚੋਂ ਹੀ ਨਿਕਲਦੇ ਸਨ, ਜਿਸ ਕਾਰਨ ਚਾਰ ਪੈਸੇ ਜੁੜਨ ਬਜਾਏ ਖੁਰ ਜਾਂਦੇ ਸਨ। ਗੁਰਮੀਤ ਪੜ੍ਹ ਲਿਖ ਕੇ ਸਕੂਲ ਵਿੱਚ ਕਲਰਕ ਲੱਗ ਗਿਆ ਅਤੇ ਉਹ ਆਪਣੀ ਬਹੁਤੀ ਤਨਖਾਹ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ। ਇਸ ਤਰ੍ਹਾਂ ਨਾਲ ਉਹਨਾਂ ਦਾ ਆਰਥਿਕ ਪਾੜਾ ਵੀ ਬਹੁਤ ਵੱਧ ਗਿਆ। 4 ਪੈਸੇ ਜੁੜਨ ਕਾਰਨ ਗੁਰਮੀਤ ਦੇ ਖੰਭ ਲੱਗ ਗਏ। ਉਸਦੀ ਤੋਰ ਅਤੇ ਬੋਲਚਾਲ ਵਿੱਚ ਹੈਂਕੜ ਆ ਗਈ ਸੀ। ਗੁਰਮੀਤ ਦਾ ਵਿਆਹ ਹੋਣ ਤੋਂ ਪਹਿਲਾਂ ਜੁਗਰਾਜ ਦੇ 2 ਧੀਆਂ ਸਨ, ਪਰ ਫਿਰ ਵੀ ਉਹਨਾਂ ਨੇ ਆਸ ਨਹੀਂ ਛੱਡੀ ਕਿ ਕੀ ਹੋਇਆ ਜੇ ਕੁੜੀਆਂ ਹੋ ਗਈਆਂ। ਇਹ ਵੀ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੋਈ ਦਾਤ ਹੈ। ਜਨਾਨੀਆਂ ਅਕਸਰ ਹੀ ਗੱਲਾਂ ਕਰਦੀਆਂ ਰਹਿੰਦੀਆਂ ਕਿ ਜੇ ਹਨੇਰੀ ਆਈ ਤਾਂ ਮੀਂਹ ਦੀ ਆਸ ਹੁੰਦੀ ਹੈ। ਆਪਣੇ ਆਪ ਨੂੰ ਬਥੇਰਾ ਹੌਸਲਾ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਇੱਕ ਪੁੱਤਰ ਦੀ ਚਾਹਤ ਸੀ ਤਾਂ ਜੋ ਉਹਨਾਂ ਨੂੰ ਵਾਰਿਸ ਮਿਲ ਜਾਵੇ। ਡੇਰੇ ਬਾਬਾ ਫੁੰਮਨ ਦਾਸ ਦੇ ਚੱਲ ਰਹੀ 101 ਲੜੀ ਵਿੱਚ ਪਾਠ ਵੀ ਕਰਵਾਇਆ। ਡੇਰੇ ਦੀ ਇਸ ਲਈ ਪ੍ਰਸਿੱਧੀ ਸੀ, ਇੱਥੇ ਜੋ ਵੀ ਸੱਚੇ ਦਿਲੋਂ ਸੇਵਾ ਕਰਦਾ, ਡੇਰੇ ਵਿੱਚ ਸ਼ਰਧਾ ਰੱਖਦਾ ਸੀ, ਉਸ ਦਾ ਬੇੜਾ ਪਾਰ ਹੋ ਜਾਂਦਾ ਸੀ। ਜੋ ਵੀ ਮਨ ਦੀ ਮਨੋਕਾਮਨਾ ਹੁੰਦੀ ਉਹ ਪੂਰੀ ਹੋ ਜਾਂਦੀ। ਬਹੁਤ ਦੂਰ ਦੂਰ ਤੋਂ ਸ਼ਰਧਾ ਨਾਲ ਲੋਕੀ ਉੱਥੇ ਪਹੁੰਚਦੇ ਸਨ। ਮਾਘ ਦੇ ਮਹੀਨੇ ਡੇਰੇ ਵਿੱਚ 3 ਦਿਨ ਡੇਰੇ ਦੇ ਸੰਸਥਾਪਕ ਸਾਧ ਦੀ ਬਰਸੀ ਮਨਾਈ ਜਾਂਦੀ। 3 ਦਿਨ ਭਾਰੀ ਇਕੱਠ ਹੁੰਦਾ ਅਤੇ ਭਰਵਾਂ ਮੇਲਾ ਲੱਗਦਾ। ਜੁਗਰਾਜ ਵੀ ਆਪਣੀ ਇੱਛਾ ਪੂਰਤੀ ਲਈ ਡੇਰੇ ਜਾਣ ਲੱਗਿਆ। ਉੱਥੇ ਝਾੜੂ ਲਾਉਣ ਦੀ ਸੇਵਾ ਕਰਦਾ ਅਤੇ ਸਤਵੀਰ ਵੀ ਡੇਰੇ ਜਾਂਦੀ ਅਤੇ ਝਾੜੂ ਲਗਾਉਂਦੀ। ਜੁਗਰਾਜ ਨਾਲੋਂ ਉਸਦੇ ਮਨ ਵਿੱਚ ਇਹ ਗੱਲ ਦੀ ਜ਼ਿਆਦਾ ਇੱਛਾ ਸੀ ਕਿ ਮੁੰਡਾ ਹੋ ਜਾਵੇ। ਇਹਦਾ ਕਾਰਨ ਇਹ ਸੀ ਕਿ ਉਸਦੀ ਸੱਸ ਜਾਂ ਕੋਈ ਗੁਆਂਢਣ ਜਦ ਵੀ ਗੱਲਾਂ ਕਰਦੀਆਂ ਤਾਂ ਉਹ ਕਹਿੰਦੀਆਂ, ਜੁਗਰਾਜ ਦਾ ਵਿਚਾਰਾ ਭੋਲਾ ਹੈ। ਭੋਲੇ ਬੰਦੇ ਨੂੰ ਪਤਾ ਨਹੀਂ ਕਿਉਂ ਵੱਟੇ ਪੈਂਦੇ ਹਨ, ਰੱਬ ਹੀ ਮਗਰ ਹੀ ਪੈ ਜਾਂਦਾ। ਬਸ ਇੱਕ ਜਵਾਕ ਦੀ ਲੋੜ ਹੈ। ਉਹਨਾਂ ਦੀਆਂ ਗੱਲਾਂ ਤੋਂ ਸਤਵੀਰ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਜਨਾਨੀਆਂ ਸਾਰਾ ਕਸੂਰ ਉਸੇ ਵਿੱਚ ਹੀ ਕੱਢਦੀਆਂ ਹੋਣ। ਜੁਗਰਾਜ ਨੂੰ ਭੋਲਾ ਆਖਦੀਆਂ ਹਨ। ਜੇ ਉਹਨਾਂ ਦੇ ਘਰ ਵੀ ਇੱਕ ਮੁੰਡਾ ਹੋ ਜਾਵੇ ਤੇ ਲੋਕਾਂ ਦੇ ਮੂੰਹ ਬੰਦ ਹੋ ਜਾਣ। ਇੱਕ ਵਾਰ ਫਿਰ ਬੱਚਾ ਹੋਣ ਦੇ ਚਾਂਸ ਬਣੇ। ਸਭ ਦੇ ਮੂੰਹ 'ਤੇ ਰੌਣਕ ਆ ਗਈ। ਸਭ ਨੂੰ ਆਸ ਬਣ ਗਈ ਕਿ ਇਸ ਵਾਰ ਜ਼ਰੂਰ ਪਰਮਾਤਮਾ ਆਸ ਨੂੰ ਬੂਰ ਪਾਵੇਗਾ। ਜੁਗਰਾਜ ਦੇ ਮਾਂ-ਬਾਪ ਨੂੰ ਵੀ ਆਸ ਸੀ ਕਿ ਮੁੰਡਾ ਹੋਵੇਗਾ। ਉਹ ਵੀ ਰਾਤ ਦਿਨ ਰੱਬ ਅੱਗੇ ਅਰਦਾਸ ਕਰਦੇ ਰਹਿੰਦੇ। ਛੋਟੇ ਵੱਲੋਂ ਸੁਰਖਰੂ ਹਾਂ, ਹੁਣ ਤਾਂ ਬਸ ਰੱਬ ਵੱਡੇ ਦੇ ਘਰ ਮੁੰਡਾ ਦੇ। ਜੁਗਰਾਜ ਦੀਆਂ ਭੈਣਾਂ ਵੀ ਰੱਬ ਤੋਂ ਆਪਣੇ ਵੱਡੇ ਵੀਰ ਦੇ ਘਰ ਮੁੰਡਾ ਹੋਣ ਦੀਆਂ ਅਰਦਾਸਾਂ ਕਰਦੀਆਂ ਰਹਿੰਦੀਆਂ। ਉੱਧਰ ਸਤਵੀਰ ਦੇ ਪੇਕੇ ਵੀ ਆਪਣੀ ਧੀ ਦੀ ਗੋਦ ਵਿੱਚ ਮੁੰਡਾ ਖੇਡਣ ਦੀ ਕਾਮਨਾ ਕਰਦੇ ਸਨ।
ਉਹ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ। ਗੱਲ ਕੀ ਜਿੰਨੇ ਵੀ ਰਿਸ਼ਤੇਦਾਰ ਸਨ ਸਭ ਇਹੀ ਚਾਹੁੰਦੇ ਸਨ ਜੁਗਰਾਜ ਦੇ ਘਰ ਮੁੰਡਾ ਹੋਵੇ। ਕਿਸੇ ਨੇ ਤੀਰਥ ਯਾਤਰਾ ਸੁਖੀ, ਕਿਸੇ ਨੇ ਪਾਠ ਸੁਖਿਆ, ਕਿਸੇ ਨੇ ਚੜਾਵਾ ਚੜਾਉਣ ਦੀ ਸੁਖਨਾ ਸੁਖੀ। ਸਭ ਹੀ ਉਹਨਾਂ ਦੇ ਸ਼ੁਭ ਚਿੰਤਕ ਸਨ। ਜਿੰਨਾ ਮਰਜ਼ੀ ਚੋਰ ਲਾ ਲੈਣ ਮੁੰਡਾ ਨਹੀਂ ਹੁੰਦਾ। ਅਮਨਦੀਪ ਨੇ ਗੁਰਮੀਤ ਨੂੰ ਆਖਿਆ, ਤੈਨੂੰ ਕੀ ਪਤਾ ਏ? ਪਤਾ ਹੈ ਬਸ ਮੈਨੂੰ। ਅਮਨਦੀਪ ਪਤਾ ਨਹੀਂ ਕਿਉਂ ਉਹਨਾਂ ਨਾਲ ਸਾੜਾ ਲੱਗਦੀ ਸੀ। ਉਹ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦੀ। ਉਹਦੀਆਂ ਧੀਆਂ ਤਾਂ ਸਗੋਂ ਉਸਨੂੰ ਹੋਰ ਵੀ ਵਧੀਆ ਨਹੀਂ ਸੀ ਲੱਗਦੀਆਂ। ਉਹ ਚੋਰੀ ਚੋਰੀ ਉਹਨਾਂ ਨੂੰ ਝਿੜਕਦੀ ਰਹਿੰਦੀ। ਸਤਵੀਰ ਨੂੰ ਮਨਜੋਤ ਬਹੁਤ ਵਧੀਆ ਲੱਗਦਾ ਸੀ। ਉਹ ਉਸਨੂੰ ਚੁੱਕ ਕੇ ਖਿਡਾਉਂਦੀ ਰਹਿੰਦੀ, ਕਦੇ ਉਸਦੇ ਪੋਤੜੇ ਤੋਂ ਹੀ, ਕਦੇ ਕੁਛ। ਅਮਨਦੀਪ ਭਾਵੇਂ ਬੋਲਦੀ ਕੁਛ ਨਾ, ਪਰ ਫਿਰ ਵੀ ਉਸਨੂੰ ਇਹ ਸਭ ਪਸੰਦ ਨਹੀਂ ਸੀ। ਜਦ ਕਿ ਸਤਵੀਰ ਮਨਜੋਤ ਨੂੰ ਦਿਲੋਂ ਕਰਦੀ ਸੀ, ਜਿਵੇਂ ਉਹ ਅਮਨਦੀਪ ਨਹੀਂ ਸਗੋਂ ਉਸਦੀ ਆਪਣੀ ਕੁੱਖੋਂ ਜੰਮਿਆ ਹੋਵੇ। ਜਿਸ ਘੜੀ ਦੀ ਸਭ ਨੂੰ ਉਡੀਕ ਸੀ ਉਹ ਘੜੀ ਵੀ ਆ ਗਈ। ਅਚਾਨਕ ਹੀ ਸ਼ਾਮ ਨੂੰ ਸਤਵੀਰ ਨੂੰ ਸੁੱਤਕ ਪੀੜਾ ਸ਼ੁਰੂ ਹੋ ਗਈਆਂ। ਦਾਈ ਨੂੰ ਪਹਿਲਾਂ ਹੀ ਖਬਰ ਸੀ। ਉਹ ਇੱਕ ਹੀ ਸੁਨੇਹੇ ਉੱਤੇ ਭੱਜੀ ਆਈ। ਸਭ ਸਾਰ ਰੋਕ ਕੇ ਖੜੇ ਸਨ ਤੇ ਉਡੀਕ ਕਰ ਰਹੇ ਸਨ ਕਿ ਜਲਦੀ ਤੋਂ ਜਲਦੀ ਦਾਈ ਬਾਹਰ ਆ ਕੇ ਆਖੇ ਕਿ ਵਧਾਈਆਂ ਹੋਣ। ਮਨ ਵਿੱਚ ਵੀ ਬਣਿਆ ਹੋਇਆ ਸੀ ਕਿ ਕਿਤੇ ਕੁੜੀ ਦਾ ਸੁਨੇਹਾ ਹੀ ਨਾ ਮਿਲ ਜਾਵੇ। ਪਲ ਪਲ ਭਾਰੂ ਹੋ ਰਿਹਾ ਸੀ। ਕੁਝ ਸਮੇਂ ਬਾਅਦ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਇੱਕਦਮ ਹੀ ਸਭ ਦੇ ਦਿਲ ਦੀ ਧੜਕਣ ਵੱਧ ਗਈ। ਸਭ ਵਧਾਈਆਂ ਸੁਣਨਾ ਚਾਹੁੰਦੇ ਸਨ। ਦਾਈ ਬਾਹਰ ਆਈ। ਉਹ ਬਾਹਰ ਖੜਿਆਂ ਵੱਲ ਇਸ ਤਰ੍ਹਾਂ ਝਾਕੀ ਜਿਵੇਂ ਕਿਸੇ ਜ਼ੁਲਮ ਤੋਂ ਬਾਅਦ ਮੁਜਰਮ ਚੁੱਕੀਆਂ ਹੋਈਆਂ ਨਜ਼ਰਾਂ ਨਾਲ ਦੇਖਦਾ ਹੈ। ਉਸਨੇ ਹੌਲੀ ਦੇਣੀ ਆਖਿਆ, ਜਿਵੇਂ ਸੁਣਾਉਣਾ ਨਾ ਚਾਹੁੰਦੀ ਹੋਵੇ, ਕੁੜੀ ਹੋਈ ਹੈ। ਇੰਨਾ ਸੁਣਨ ਦੀ ਦੇਰ ਸੀ ਕਿ ਸਭ ਦੇ ਸਿਰ ਜਿਵੇਂ 100 ਘੜਾ ਪਾਣੀ ਪੈ ਗਿਆ। ਸਭ ਇਸ ਤਰ੍ਹਾਂ ਮਹਿਸੂਸ ਕੇ ਬੈਠ ਕੇ ਜਿਵੇਂ ਕਿਸੇ ਜਵਾਨ ਦੀ ਮੌਤ ਹੋ ਗਈ ਹੁੰਦੀ। ਹੋਰਾਂ ਦਾ ਤਾਂ ਪਤਾ ਨਹੀਂ, ਪਰ ਅਮਨਦੀਪ ਬਹੁਤ ਖੁਸ਼ ਸੀ ਕਿ ਸਤਵੀਰ ਹਮੇਸ਼ਾ ਉਸ ਤੋਂ ਹੇਠਾਂ ਹੀ ਰਹੇਗੀ। ਬੇਸ਼ੱਕ ਅਮਨਦੀਪ ਨਾਲੋਂ ਸਤਵੀਰ ਵੱਡੀ ਸੀ ਅਤੇ ਅਮਨਦੀਪ ਨੂੰ ਸਤਵੀਰ ਦਾ ਸਤਿਕਾਰ ਕਰਨਾ ਚਾਹੀਦਾ ਸੀ ਅਤੇ ਸਤਵੀਰ ਨੂੰ ਉਸਨੂੰ ਛੋਟੀ ਭੈਣ ਸਮਝਣਾ ਚਾਹੀਦਾ ਸੀ, ਜੋ ਸਤਵੀਰ ਉਸਨੂੰ ਸਮਝ ਵੀ ਰਹੀ ਸੀ। ਪਰ ਅਮਨਦੀਪ ਉਸਦੇ ਭਾਰੂ ਪੈਂਦੀ ਅਤੇ ਗੱਲ 'ਤੇ ਸਤਵੀਰ ਨੂੰ ਝਿੜਕਦੀ ਰਹਿੰਦੀ। ਘਰ ਵਿੱਚ ਕਲੇਸ਼ ਰਹਿਣ ਲੱਗਾ। ਜੋ ਕੰਮ ਮਿਲ ਕੇ ਬੈਠ ਕਰਨ ਵਾਲੇ ਸਨ ਉਹ ਹੁਣ ਕੰਮ ਲਮਕਣ ਲੱਗੇ। ਅਮਨਦੀਪ ਹਰ ਕੰਮ ਸਤਵੀਰ ਤੋਂ ਨੌਕਰਾਨੀ ਦੀ ਤਰ੍ਹਾਂ ਕਰਵਾਉਣਾ ਚਾਹੁੰਦੀ ਸੀ, ਜਦਕਿ ਸਤਵੀਰ ਆਪਣੇ ਹਿੱਸੇ ਦਾ ਸਾਰਾ ਕੰਮ ਕਰਦੀ, ਬਲਕਿ ਉਸ ਤੋਂ ਪੂਰਾ ਵੱਧ ਕਰਦੀ। ਕਈ ਵਾਰ ਉਹ ਆਪਸ ਵਿੱਚ ਮੇਨੋ ਮੇਨੀ ਵੀ ਹੋ ਜਾਂਦੀਆਂ। ਅਮਨਦੀਪ ਹਮੇਸ਼ਾ ਹੀ ਸਤਵੀਰ ਦੇ ਹੱਡ 'ਤੇ ਸੱਟ ਮਾਰਦੀ, ਜਾ ਨਹੀਂ ਤੂੰ ਜਿੰਨੇ ਮਰਜ਼ੀ ਮੁੰਡੇ ਪਾਲਦੀ ਫਿਰ, ਪਰ ਹੋਣਗੀਆਂ ਤੇਰੇ ਕੁੜੀਆਂ ਹੀ। ਉਸਦੀ ਇਹ ਗੱਲ ਸੁਣ ਕੇ ਸਤਵੀਰ ਬਹੁਤ ਉਦਾਸ ਹੋ ਜਾਂਦੀ। ਉਹ ਮਾਨਸਿਕ ਤੌਰ 'ਤੇ ਹਿੱਲ ਜਾਂਦੀ। ਇਹੋ ਜਿਹੀ ਗੱਲ ਸੁਣ ਉਸਦਾ ਸਾਰਾ ਦਿਨ ਹੀ ਉਦਾਸੀ ਵਿੱਚ ਲੰਘਦਾ। ਉਹ ਰੱਬ ਨੂੰ ਲਾਂਭੇ ਦੇ ਉੱਠਦੀ, ਰੱਬਾ ਮੇਰੇ ਵੱਲੇ ਤੇਰੇ ਕੋਲ ਮੁੰਡੇ ਮੁੱਕ ਗਏ, ਮੇਰੇ ਨਾਲ ਕਾਣੀ ਵੰਡ ਕਿਉਂ ਕੀਤੀ? ਬਸ ਜੇ ਇੱਕ ਮੁੰਡਾ ਹੀ ਦੇ ਦਿੰਦਾ ਜਿਸ ਨਾਲ ਮੇਰਾ ਸਿਰ ਟੱਕਣ ਹੋ ਜਾਂਦਾ। ਜਦੋਂ ਅੱਗ ਲੱਗੀ ਹੋਵੇ ਤਾਂ ਉਹਦਾ ਸੇਕ ਹੋਰਾਂ ਨੂੰ ਨਾ ਲੱਗੇ, ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਗੱਲਾਂ ਵਧਦੀਆਂ ਭਰਾਵਾਂ ਵਿੱਚ ਵੀ ਜਾ ਪਹੁੰਚੀਆਂ। ਉਹਨਾਂ ਵਿੱਚ ਵੀ ਤਕਰਾਰਬਾਜ਼ੀ ਹੋਣ ਲੱਗੀ। ਗੁਰਮੀਤ ਨੂੰ ਜੋ ਤਨਖਾਹ ਮਿਲਦੀ ਸੀ ਉਹ ਆਪਣਾ ਸਾਰਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ। ਉਸਦਾ ਘਰ ਦਾ ਖਰਚਾ ਖੇਤੀ ਵਿੱਚੋਂ ਹੀ ਨਿਕਲਦਾ ਸੀ। ਉਸਨੂੰ ਪਤਾ ਸੀ ਕਿ ਅਗਰ ਅੱਡ ਹੋ ਕੇ ਵੀ ਗਏ ਤਾਂ ਘਾਟੇ ਵਿੱਚ ਜੁਗਰਾਜ ਹੀ ਜਾਵੇਗਾ, ਪਰ ਘਰ ਦੇ ਕਲੇਸ਼ ਨੇ ਉਹਨਾਂ ਨੂੰ ਅੱਡ ਹੋਣ ਲਈ ਮਜਬੂਰ ਕਰ ਦਿੱਤਾ। ਸੱਸ ਸਹੁਰੇ ਨੇ ਅਮਨਦੀਪ ਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਚਾਹੁੰਦੀ ਸੀ ਕਿ ਕੋਈ ਉਸਨੂੰ ਟੋਕਾ ਟਾਕੀ ਕਰਨ ਵਾਲਾ ਨਾ ਹੋਵੇ। ਗੱਲ ਇੱਥੋਂ ਤੱਕ ਵੱਧ ਗਈ। ਅਮਨਦੀਪ ਨੇ ਕੁੜੀਆਂ ਨੂੰ ਆਪਣੇ ਘਰੋਂ ਆਉਣੋਂ ਅਤੇ ਮਨਜੋਤ ਨਾਲ ਖੇਡਣੋਂ ਹਟਾ ਦਿੱਤਾ। ਬੇਸ਼ੱਕ ਵੱਡਿਆਂ ਵਿੱਚ ਦਰਾੜਾਂ ਪੈ ਗਈਆਂ, ਪਰ ਬੱਚਿਆਂ ਵਿੱਚ ਪਿਆਰ ਸੀ। ਉਹ ਚੋਰੀ ਛੁਪੇ ਇਕੱਠੇ ਖੇਡਦੇ ਰਹਿੰਦੇ, ਕਿਸੇ ਦੇ ਹਟਾਏ ਨਹੀਂ ਸੀ ਹਟਦੇ। ਮਨਜੋਤ ਆਪਣੀ ਤਾਈ ਕੋਲ ਅਤੇ ਆਪਣੇ ਦਾਦਾ ਦਾਦੀ ਕੋਲ ਆ ਜਾਂਦਾ। ਕਈ ਵਾਰ ਤਾਂ ਉਹ ਰੋਟੀ ਵੀ ਉੱਧਰ ਖਾ ਜਾਂਦਾ ਅਤੇ ਚਾਹ ਵੀ ਉੱਧਰ ਹੀ ਪੀ ਜਾਂਦਾ। ਉਹ ਆਪਣੀ ਮਾਂ ਦੀ ਕੁੱਟ ਅਤੇ ਝਿੜਕ ਦੀ ਪਰਵਾਹ ਨਹੀਂ ਸੀ ਕਰਦਾ। ਉਹਨਾਂ ਤੋਂ ਖਹਿੜਾ ਛੁਡਾਉਣ ਲਈ ਅਮਨਦੀਪ ਦੇ ਕਹਿਣ 'ਤੇ ਗੁਰਮੀਤ ਨੇ ਬਾਹਰ ਖੇਤਾਂ ਵਿੱਚ ਜ਼ਮੀਨ ਲੈ ਕੇ ਕੋਠੀ ਪਾ ਲਈ ਅਤੇ ਉੱਥੇ ਰਹਿਣ ਲੱਗੇ। ਉਹਨਾਂ ਦਾ ਖਹਿੜਾ ਛੁੱਟ ਗਿਆ। ਰੱਖੜੀ ਦਾ ਦਿਨ ਸੀ। ਕੁੜੀਆਂ ਚਾਅ ਨਾਲ ਰੱਖੜੀ ਲੈ ਕੇ ਮਨਜੋਤ ਦੇ ਬੰਧਨ ਗਈਆਂ। ਉਹਨਾਂ ਨੂੰ ਦੇਖ ਕੇ ਉਹਨਾਂ ਦੀ ਚਾਚੀ ਨੇ ਮੱਥੇ ਉੱਤੇ ਤਿਉੜੀਆਂ ਪਾ ਲਈਆਂ। ਰੱਖੜੀ ਤਾਂ ਉਹਦੇ ਸਾਡੇ ਗੁਆਂਢੀਆਂ ਦੀ ਕੁੜੀ ਬਣ ਗਈ। ਉਹ ਭਰੇ ਮਨ ਅਤੇ ਉਦਾਸ ਚਿਹਰੇ ਨਾਲ ਮਨਜੋਤ ਵੱਲ ਵੇਖਦੀਆਂ ਹੋਈਆਂ ਵਾਪਸ ਮੁੜ ਆਈਆਂ। ਉਹ ਹੌਲੀ ਤੁਰਦੀਆਂ ਆ ਰਹੀਆਂ ਸਨ। ਪਿੱਛੋਂ ਕਿਸੇ ਨੇ ਸਾਈਕਲ ਦੀ ਟੱਲੀ ਖੜਕਾ ਦਿੱਤੀ। ਭੈਣੇ ਰੱਖੜੀ ਬੰਨ੍ਹ ਦੇਵੋ, ਮੈਂ ਮੰਮੀ ਤੋਂ ਚੋਰੀ ਹੋ ਆਇਆ ਹਾਂ, ਮਨਜੋਤ ਨੇ ਆਵਾਜ਼ ਦੇ ਕੇ ਆਖਿਆ। ਮਨਜੋਤ ਨੂੰ ਦੇਖ ਕੇ ਕੁੜੀਆਂ ਨੂੰ ਚਾਅ ਚੜ੍ਹ ਗਿਆ ਤੇ ਉਹਨਾਂ ਖੁਸ਼ੀ ਉਸਦੇ ਰੱਖੜੀ ਬੰਨ੍ਹੀ। ਚਾਈ ਆਪਣੇ ਘਰੇ ਆ ਗਈਆਂ। ਆਪਣੀ ਚਾਚੀ ਦੇ ਵਤੀਰੇ ਨੂੰ ਕੁੜੀਆਂ ਦੇ ਮਨ ਵਿੱਚ ਡੂੰਘਾ ਮਹਿਸੂਸ ਕੀਤਾ। ਉਹਨਾਂ ਮਨ ਵਿੱਚ ਠਾਣ ਲਈ ਕਿ ਕੀ ਹੋ ਗਿਆ ਕਿ ਕੁੜੀਆਂ ਹਨ, ਉਹ ਵੀ ਕੁਝ ਬਣ ਕੇ ਦਿਖਾਉਣਗੀਆਂ ਅਤੇ ਆਪਣੇ ਮਾਪਿਆਂ ਨੂੰ ਉਹਨਾਂ ਤੋਂ ਉੱਚਾ ਕਰਕੇ ਦਿਖਾਉਣਗੀਆਂ। ਇਸ ਤੋਂ ਬਾਅਦ ਕੁੜੀਆਂ ਨੇ ਖੂਬ ਪੜ੍ਹਾਈ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਖਰਾ ਰੁਤਬਾ ਹਾਸਲ ਕੀਤਾ। ਅੱਜ ਉਹਨਾਂ ਦੀ ਬਦੌਲਤ ਹੀ ਉਹਨਾਂ ਦੇ ਮਾਂ-ਬਾਪ ਦੀ ਬਹੁਤ ਇੱਜ਼ਤ ਹੋ ਰਹੀ ਹੈ ਅਤੇ ਲੋਕੀ ਆਖ ਰਹੇ ਹਨ ਕਿ ਧੀਆਂ ਵੀ ਅੱਜ ਕੱਲ੍ਹ ਪੁੱਤਾਂ ਤੋਂ ਘੱਟ ਨਹੀਂ ਹਨ। ਸੋ ਇਹ ਸੀ ਕਹਾਣੀ ਧੀਆਂ, ਜਿਸ ਦੇ ਲੇਖਕ ਸਨ ਅੰਗਰੇਜ਼ ਚੋਪਲੀ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ।